BSc ਭਾਗ ਦੂਸਰਾ BA ਅਤੇ BCom ਭਾਗ ਦੂਸਰਾ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੇ ਗਏ ਵਿਆਕਰਨ ਦੇ ਭਾਗ ਵਿੱਚ ਵਿਆਕਰਨਕ ਇਕਾਈਆਂ ਉਹਦੇ ਬਾਰੇ ਪ੍ਰਸ਼ਨ ਪੁੱਛਿਆ ਜਾਵੇਗਾ। ਇਸ ਤੋਂ ਇਲਾਵਾ ਵਾਕ ਦੀ ਪਰਿਭਾਸ਼ਾ, ਵਾਕ ਦੀ ਬਣਤਰ, ਵਾਕ ਦੀਆਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਵੰਡ ਹੈਗੀ ਆ ਉਹਦੇ ਬਾਰੇ ਪ੍ਰਸ਼ਨ ਪੁੱਛਿਆ ਜਾਊਗਾ। ਤੀਸਰਾ ਜਿਹੜਾ ਪੋਰਸ਼ਨ ਹੈਗਾ ਉਪਵਾਕ, ਉਪਵਾਕ ਦੀ ਪਰਿਭਾਸ਼ਾ, ਉਪਵਾਕ ਦੇ ਬਾਰੇ ਉਹਦਾ ਕਿਸ ਸਿਸਟਮ ਦੇ ਨਾਲ ਉਪਵਾਕ ਬਣਦਾ ਹੈ, ਭਾਸ਼ਾ ਦੇ ਵਿੱਚ ਉਹਦਾ ਕੀ ਕਾਰਜ ਹੁੰਦਾ ਹੈ, ਇਹਨਾਂ ਦੇ ਬਾਰੇ ਪ੍ਰਸ਼ਨ ਪੁੱਛੇ ਜਾਣਗੇ। ਇਹ ਕੁੱਲ ਮਿਲਾ ਕੇ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਤੁਹਾਡਾ ਸਿਲੇਬਸ ਵਿਆਕਰਨ ਵਾਲਾ। ਅੱਜ ਆਪਾਂ ਗੱਲ ਕਰਾਂਗੇ ਵਿਆਕਰਨ ਇਕਾਈਆਂ ਬਾਰੇ। ਵਿਆਕਰਨਕ ਇਕਾਈਆਂ ਦੇ ਵਿੱਚ ਕਿਹੜੇ-ਕਿਹੜੇ ਭਾਗ ਸ਼ਾਮਲ ਹੁੰਦੇ ਆ ਉਹਨਾਂ ਬਾਰੇ ਗੱਲ ਕਰਾਂਗੇ। ਫਿਰ ਆਪਾਂ ਉਹਨਾਂ ਭਾਗਾਂ ਦੇ ਬਾਰੇ ਵਿਸਥਾਰ ਦੇ ਵਿੱਚ ਜ਼ਿਕਰ ਕਰਾਂਗੇ। ਤੁਹਾਡੇ ਵਿਆਕਰਨ ਦੇ ਜਿਹੜੇ ਪ੍ਰਸ਼ਨ ਹੈਗੇ ਆ ਉਹਨਾਂ ਦੇ ਉੱਤਰਾਂ ਦੇ ਲਈ ਆਪਾਂ ਇਸ ਵਿਆਕਰਨ ਵਾਲੇ ਭਾਗ ਨੂੰ 3-4 ਪਾਰਟਾਂ ਦੇ ਵਿੱਚ ਵੰਡ ਕੇ ਗੱਲ ਕਰਾਂਗੇ। ਅੱਜ ਆਪਾਂ ਵਿਆਕਰਨਕ ਇਕਾਈਆਂ ਦੀ ਡੈਫੀਨੇਸ਼ਨ, ਉਹਨਾਂ ਦੀ ਪਰਿਭਾਸ਼ਾ, ਵਿਆਕਰਨਕ ਇਕਾਈਆਂ ਦਾ ਭਾਸ਼ਾ ਦੇ ਵਿੱਚ ਕੀ ਯੋਗਦਾਨ ਹੁੰਦਾ ਹੈ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਵਿਦਿਆਰਥੀਓ, ਭਾਸ਼ਾ ਇੱਕ ਗੁੰਝਲਦਾਰ ਪ੍ਰਪੰਚ ਦਾ ਨਾਂ ਹੈ। ਇਸ ਵਿੱਚ ਬਹੁਤ ਸਾਰੇ ਸਿਸਟਮ ਹੈ ਉਹ ਕੰਮ ਕਰਦੇ ਹੈ। ਵਿਆਕਰਨ, ਭਾਸ਼ਾ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਾਰੀਆਂ ਮਿਲਦੀਆਂ ਅਤੇ ਇੱਕ ਰੂਪ ਦਾ ਨਿਰਮਾਣ ਕਰਦੀਆਂ। ਭਾਸ਼ਾ ਨੂੰ ਸਮਝਣ ਦੇ ਲਈ ਇਹਨਾਂ ਦਾ ਸਮਝਣਾ ਬਹੁਤ ਜ਼ਰੂਰੀ ਹੈ। ਹੈਲੀਡੇ ਇੱਕ ਵਿਦਵਾਨ ਹੋਇਆ, ਭਾਸ਼ਾ ਵਿਗਿਆਨੀ ਹੋਇਆ, ਉਹ ਭਾਸ਼ਾ ਦੀ ਗੱਲ ਕਰਦਾ ਹੈਗਾ। ਕੀ ਕਹਿੰਦਾ ਹੈ? ਕਹਿੰਦਾ ਇਹ ਭਾਸ਼ਾ ਜਿਹੜੀ ਨਾ ਉਹ ਸਿਸਟਮਾਂ ਦਾ ਸਿਸਟਮ ਹੈ। ਇਹਨਾਂ ਸਿਸਟਮਾਂ ਦਾ ਅਧਿਐਨ ਕਰਨ ਲਈ ਇਕਾਈ ਨਾਂ ਦੇ ਸੰਕਲਪ ਦੀ ਸਥਾਪਨਾ ਕੀਤੀ ਗਈ ਹੈ। ਭਾਸ਼ਾ ਨੂੰ ਸਮਝਣ ਦੇ ਲਈ ਸਾਨੂੰ ਇਸ ਕਿਸੇ ਵੀ ਭਾਸ਼ਾ ਦੇ ਵਿੱਚ ਕੰਮ ਕਰਦੀਆਂ ਵਿਆਕਰਨਕ ਇਕਾਈਆਂ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਇਕਾਈਆਂ ਕੰਮ ਕਰ ਰਹੀਆਂ, ਉਹਨਾਂ ਨੂੰ ਵੱਖ-ਵੱਖ ਨਾਂ ਦਿੱਤੇ ਗਏ ਹੈ। ਉਹਨਾਂ ਦੀ ਗੱਲ ਕਰਕੇ ਉਹਨਾਂ ਨੂੰ ਸਮਝ ਕੇ ਹੀ ਅਸੀਂ ਭਾਸ਼ਾ ਨੂੰ ਸਮਝ ਸਕਾਂਗੇ। ਇਹ ਗੱਲ ਹੈਲੀਡੇ ਕਹਿ ਰਿਹਾ। ਇੱਕ ਹੋਰ ਵਿਦਵਾਨ ਹੋਇਆ ਹੈ ਪੱਛਮੀ, ਕੁੱਕ ਕੀ ਕਹਿੰਦਾ ਹੈ? ਰੂਪ ਕਾਰਜ ਵਿੱਚ ਢਲ ਕੇ ਹੀ ਸਾਰਥਕਤਾ ਗ੍ਰਹਿਣ ਕਰਦਾ ਹੈ। ਜਿਹੜਾ ਭਾਸ਼ਾ ਹੈਗੀ ਹੈ, ਰੂਪ ਹੈਗਾ, ਇਹ ਕਾਰਜ ਦੇ ਵਿੱਚ ਢਲ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਆ। ਸਾਰੇ ਅੰਗ ਇੱਕ ਦੂਜੇ ਨਾਲ ਜੁੜ ਕੇ ਹੀ ਸਾਰਥਕਤਾ ਗ੍ਰਹਿਣ ਕਰਦੇ ਹਨ। ਹੁਣ ਸਾਰੇ ਅੰਗ ਕਿਹੜੇ ਆ? ਭਾਸ਼ਾਈ ਇਕਾਈਆਂ। ਉੱਪਰ ਭਾਸ਼ਾ ਨੂੰ ਸਿਸਟਮ ਕਿਹਾ ਔਰ ਇੱਥੇ ਸਮੁੱਚੇ ਜਿਹੜੇ ਅੰਗ ਹੈਗੇ ਆ ਉਹ ਮਿਲ ਕੇ ਇੱਕ ਦੂਜੇ ਦੇ ਨਾਲ ਤੇ ਇੱਕ ਰੂਪ ਦਾ ਨਿਰਮਾਣ ਕਰਦੇ ਆ, ਇੱਕ ਭਾਸ਼ਾ ਦਾ ਨਿਰਮਾਣ ਕਰਦੇ ਆ। ਇਹ ਸਾਰੇ ਮਿਲ ਕੇ ਹੀ ਭਾਸ਼ਾ ਦੇ ਡੈਫੀਨੇਸ਼ਨ ਨੂੰ, ਭਾਸ਼ਾ ਦੀ ਪਰਿਭਾਸ਼ਾ ਨੂੰ ਨਿਸ਼ਚਿਤ ਕਰਦੇ ਆ ਜਾਂ ਉਸ ਨੂੰ ਅੱਗੇ ਲੈ ਕੇ ਆਉਂਦੇ ਆ। ਵਿਦਿਆਰਥੀਓ, ਵਿਆਕਰਨ ਦੇ ਵਿੱਚ ਕਿਹੜੀਆਂ ਇਕਾਈਆਂ ਜਿਹੜੀਆਂ ਕੰਮ ਕਰ ਰਹੀਆਂ ਇਹ ਸਮਝਣਾ ਜ਼ਰੂਰੀ ਹੈ, ਇਹ ਦੇਖਣਾ ਜ਼ਰੂਰੀ ਹੈ। ਵਿਆਕਰਨ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਇਕਾਈ ਕਾਰਜਸ਼ੀਲ ਹੁੰਦੀ ਹੈ ਉਹ ਵਾਕ ਹੁੰਦੀ ਹੈ ਤੇ ਸਭ ਤੋਂ ਛੋਟੀ ਭਾਵੰਸ਼। ਇਸ ਦੇ ਵਿਚਕਾਰ 3 ਹੋਰ ਇਕਾਈਆਂ, ਉਪਵਾਕ, ਵਾਕਾਂਸ਼, ਸ਼ਬਦ। ਧਿਆਨ ਦਿਓ, ਸਭ ਤੋਂ ਛੋਟੀ ਵਿਆਕਰਨਕ ਇਕਾਈ ਕਿਹੜੀ ਹੈ? ਭਾਵੰਸ਼। ਭਾਵੰਸ਼ ਤੋਂ ਵੱਡੀ ਤੇ ਵਾਕਾਂਸ਼ ਤੋਂ ਛੋਟੀ ਕਿਹੜੀ ਹੈ? ਸ਼ਬਦ। ਤੀਸਰੀ ਵਾਕਾਂਸ਼ ਹੈ ਜਿਹੜੀ ਉਪਵਾਕ ਤੋਂ ਛੋਟੀ ਹੁੰਦੀ ਹੈ ਤੇ ਸ਼ਬਦ ਤੋਂ ਵੱਡੀ ਹੁੰਦੀ ਹੈ। ਚੌਥੀ ਜਿਹੜੀ ਹੈਗੀ ਹੈ ਵਿਆਕਰਨਕ ਇਕਾਈ ਉਹ ਹੈਗੀ ਹੈ ਵਾਕਾਂਸ਼ ਤੋਂ ਵੱਡੀ ਤੇ ਵਾਕ ਤੋਂ ਛੋਟੀ ਉਪਵਾਕ। ਤੇ ਵਿਆਕਰਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭਾਸ਼ਾ ਦੀ ਇਕਾਈ ਹੈਗੀ ਉਹ ਹੈਗੀ ਹੈ ਵਾਕ। ਜੇ ਆਪਾਂ ਇਹਨੂੰ ਦੂਸਰੇ ਰੂਪ ਦੇ ਵਿੱਚ ਸਮਝੀਏ, ਵਾਕ ਭਾਸ਼ਾ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ, ਵਾਕ ਉਸ ਤੋਂ ਛੋਟੀ ਹੈ, ਉਪਵਾਕ ਉਸ ਤੋਂ ਛੋਟੀ ਵਿਆਕਰਨਕ ਇਕਾਈ ਹੈ। ਇਹ ਉਪਵਾਕ ਵਾਕ ਤੋਂ ਛੋਟੀ ਹੈ ਤੇ ਵਾਕਾਂਸ਼ ਤੋਂ ਵੱਡੀ ਹੈ। ਵਾਕਾਂਸ਼ ਉਪਵਾਕ ਤੋਂ ਛੋਟਾ ਹੈ, ਸ਼ਬਦ ਤੋਂ ਵੱਡਾ ਹੈ। ਸ਼ਬਦ ਵਾਕਾਂਸ਼ ਤੋਂ
ਛੋਟਾ ਹੈ ਤੇ ਭਾਵੰਸ਼ ਤੋਂ ਵੱਡਾ ਹੈ। ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਵਿਆਕਰਨਕ ਇਕਾਈ ਹੈ। ਇਹ ਮੈਂ ਤੁਹਾਨੂੰ ਇਸ ਕਰਕੇ ਇਹਦੇ ਤੇ ਜ਼ੋਰ ਦੇ ਰਿਹਾ ਕਿਉਂਕਿ ਇਹਦੇ ਬਾਰੇ ਜਿਹੜੇ ਤੁਹਾਡੇ 2-2 ਨੰਬਰ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਨਾ, ਔਰ ਉਹ ਪ੍ਰਸ਼ਨ ਜਦੋਂ ਵਿਆਕਰਨ ਦੇ ਵਿੱਚੋਂ ਪੁੱਛੇ ਜਾਂਦੇ ਆ ਉਹਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਵਾਕੰਸ਼ ਕੀ ਹੈ, ਭਾਵੰਸ਼ ਕੀ ਹੈ, ਸ਼ਬਦ ਕੀ ਹੈ, ਉਪਵਾਕ ਕੀ ਹੈ, ਵਾਕ ਕੀ ਹੈ, ਇਹਦੇ ਬਾਰੇ ਸ਼ਾਰਟ ਕੁਐਸਚਨ ਪੁੱਛ ਲਿਆ ਜਾਂਦਾ ਹੈ। ਉਸ ਸਮੇਂ ਫਿਰ ਤੁਸੀਂ ਡੈਫੀਨੇਸ਼ਨ ਦਿਓਗੇ ਕਿ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ, ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ, ਸ਼ਬਦ ਭਾਸ਼ਾ ਦੀ ਜਿਹੜੀ ਸਾਰਥਕ ਇਕਾਈ ਹੈ ਉਹ ਭਾਵੰਸ਼ ਤੋਂ ਵੱਡੀ ਹੈ, ਵਾਕੰਸ਼ ਤੋਂ ਛੋਟੀ ਹੈ। ਸ਼ਬਦ ਦੇ ਬਾਰੇ ਵੈਸੇ ਵੀ ਹੋਰ ਵੀ ਡੈਫੀਨੇਸ਼ਨ ਦੇਵਾਂਗੇ ਅਸੀਂ ਜਿਹੜੀਆਂ ਵੱਖ-ਵੱਖ ਵਿਦਵਾਨਾਂ ਨੇ ਦਿੱਤੀਆਂ, ਵਾਕੰਸ਼ ਬਾਰੇ ਵੀ ਦੇਵਾਂਗੇ, ਉਪਵਾਕ ਬਾਰੇ ਵੀ ਦੇਵਾਂਗੇ ਜਦੋਂ ਆਪਾਂ ਇਹਨਾਂ ਦੀ ਗੱਲ ਕਰਾਂਗੇ। ਸੋ ਤੁਸੀਂ ਕੀ ਦੇਖਣਾ ਹੈ? ਤੁਸੀਂ ਦੇਖਣਾ ਹੈ ਕਿ ਵਿਆਕਰਨ ਦੇ ਵਿੱਚ ਕਾਰਜਸ਼ੀਲ ਕਿਹੜੀਆਂ-ਕਿਹੜੀਆਂ ਵਿਆਕਰਨਕ ਇਕਾਈਆਂ ਉਹਨਾਂ ਦੀ ਗੱਲ ਸਮਝਣੀ ਹੈ, ਉਹਨਾਂ ਦੀ ਗੱਲ ਕਰਨੀ ਹੈ। ਤੇ ਅੱਜ ਆਪਾਂ ਇਹਦੇ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਜਿਹੜੀ ਭਾਸ਼ਾ ਹੈਗੀ ਹੈ, ਕੋਈ ਵਿਆਕਰਨ ਹੈਗਾ, ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਇਕਾਈਆਂ ਨੇ। ਉਹਨਾਂ ਦੇ ਵਿੱਚ ਵਾਕ ਵੀ ਇੱਕ ਇਕਾਈ ਦੇ ਰੂਪ ਦੇ ਵਿੱਚ ਆਉਂਦਾ ਹੈ, ਉਪਵਾਕ ਵੀ ਇੱਕ ਇਕਾਈ ਦੇ ਰੂਪ ਦੇ ਵਿੱਚ ਆਉਂਦਾ ਹੈ, ਵਾਕੰਸ਼ ਵੀ ਇੱਕ ਇਕਾਈ ਦੇ ਰੂਪ ਦੇ ਵਿੱਚ ਆਉਂਦਾ ਹੈ, ਸ਼ਬਦ ਵੀ ਇੱਕ ਇਕਾਈ ਦੇ ਰੂਪ ਦੇ ਵਿੱਚ ਆਉਂਦਾ, ਭਾਵੰਸ਼ ਵੀ ਇੱਕ ਇਕਾਈ ਦੇ ਰੂਪ ਦੇ ਵਿੱਚ ਆਉਂਦਾ ਹੈ। ਇਹ ਸਾਰੀਆਂ ਇਕਾਈਆਂ ਮਿਲ ਕੇ ਹੀ ਭਾਸ਼ਾ ਦਾ ਨਿਰਮਾਣ ਕਰਦੀਆਂ। ਇਹ ਵੱਖ-ਵੱਖ ਇਕਾਈਆਂ ਜਿਹੜੀਆਂ ਭਾਸ਼ਾ ਦੇ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੀਆਂ। ਇਹ ਇਕਾਈਆਂ ਇੱਕ ਦੂਜੇ ਨਾਲ ਪਰਸਪਰ ਸੰਬੰਧਿਤ ਹੁੰਦੀਆਂ ਹਨ, ਇਸ ਲਈ ਇਹਨਾਂ ਨੂੰ ਹੀ ਇੱਕ ਦੂਜੇ ਦੇ ਪ੍ਰਸੰਗ ਵਿੱਚ ਸਮਝਿਆ ਜਾ ਸਕਦਾ ਹੈ। ਜੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤਾਂ ਫਿਰ ਇਹਨਾਂ ਨੂੰ ਹੀ ਇੱਕ ਦੂਜੇ ਨਾਲ ਮਿਲਾ ਕੇ ਸਮਝਿਆ ਜਾ ਸਕਦਾ। ਅੱਗੇ ਦੇਖੋ, ਹੈਲੀਡੇ ਨੇ ਬੜੇ ਇਹਦੀ ਦਰਜਾਬੰਦੀ ਕੀਤੀ ਹੈ, ਵਿਆਕਰਨ ਦੀਆਂ ਇਕਾਈਆਂ ਦੀ ਦਰਜਾਬੰਦੀ ਇਹਨੂੰ ਇੱਕ ਯੁਕਤ ਦੇ ਨਾਲ ਉਲੀਕਿਆ ਸਮਝਾਇਆ। ਦੇਖੋ, ਇਹ ਉਹਨਾਂ ਨੇ ਚਾਰਟ ਬਣਾਇਆ, ਵਾਕ, ਉਪਵਾਕ, ਵਾਕੰਸ਼, ਸ਼ਬਦ, ਭਾਵੰਸ਼। ਵਾਕ ਸਭ ਤੋਂ ਵੱਡੀ ਇਕਾਈ ਹੈ, ਉਪਵਾਕ ਉਹ ਤੋਂ ਛੋਟੀ ਹੈ, ਵਾਕੰਸ਼ ਉਦੋਂ ਛੋਟੀ ਹੈ, ਸ਼ਬਦ ਉਦੋਂ ਛੋਟਾ ਹੈ ਤੇ ਸਭ ਤੋਂ ਛੋਟਾ ਭਾਵੰਸ਼ ਹੈ। ਜੇ ਆਪਾਂ ਇੱਧਰਲੇ ਪਾਸੇ ਨੂੰ ਉੱਪਰ ਨੂੰ ਚਲੇ ਜਾਵਾਂਗੇ, ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਵਿਆਕਰਨਕ ਇਕਾਈ ਹੈ, ਸ਼ਬਦ ਭਾਵੰਸ਼ ਤੋਂ ਵੱਡੀ ਹੈ ਤੇ ਵਾਕੰਸ਼ ਤੋਂ ਛੋਟੀ ਵਿਆਕਰਨਕ ਇਕਾਈ ਹੈ, ਵਾਕੰਸ਼ ਉਪਵਾਕ ਤੋਂ ਛੋਟੀ ਹੈ, ਸ਼ਬਦ ਤੋਂ ਵੱਡੀ ਵਿਆਕਰਨਕ ਇਕਾਈ ਹੈ, ਵਾਕ ਉਪਵਾਕ ਤੋਂ ਛੋਟੀ ਉਪਵਾਕ ਤੋਂ ਵੱਡੀ ਤੇ ਵਿਆਕਰਨ ਦੀ ਸਭ ਤੋਂ ਵੱਡੀ ਵਿਆਕਰਨਕ ਇਕਾਈ ਹੈ। ਠੀਕ ਹੈ, ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਸਮਝਣ ਦੇ ਲਈ ਇਸ ਚਾਰਟ ਨੂੰ ਧਿਆਨ ਦੇ ਨਾਲ ਸਮਝ ਲਓ ਜਿਹੜੇ ਹੈਲੀਡੇ ਨੇ ਦਿੱਤਾ। ਆਪਾਂ ਪਿੱਛੇ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਹੁਣ ਆਪਾਂ ਅੱਗੇ ਇਹਦੀ ਗੱਲ ਕਰ ਰਹੇ ਹਾਂ। ਜਿਹੜੀ ਉੱਪਰ ਦਰਜਾ ਦਿੱਤੀ ਗਈ ਹੈ ਨਾ, ਇਹ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਵਾਕ ਸਭ ਤੋਂ ਵੱਡੀ ਇਕਾਈ ਹੈ, ਦੂਸਰੀਆਂ ਇਕਾਈਆਂ ਦਰਜੇਵਾਰ ਛੋਟੀਆਂ ਹੁੰਦੀਆਂ ਚਲੀਆਂ ਜਾਂਦੀਆਂ ਨੇ। ਹਰੇਕ ਇਕਾਈ ਆਪਣੇ ਤੋਂ ਛੋਟੀ ਇੱਕ ਜਾਂ ਇੱਕ ਤੋਂ ਵੱਧ ਇਕਾਈ ਦੇ ਸੰਯੋਗ ਨਾਲ ਬਣਦੀ ਹੈ। ਇਹ ਇੱਕ ਗੱਲ ਮਹੱਤਵਪੂਰਨ ਹੈ ਕਿ ਜਿਹੜੀ ਕੋਈ ਇਕਾਈ ਦਾ ਨਿਰਮਾਣ ਹੁੰਦਾ ਹੈ ਨਾ, ਜਿਵੇਂ ਵਾਕੰਸ਼ ਹੈ, ਵਾਕੰਸ਼ ਦਾ ਨਿਰਮਾਣ ਇੱਕ ਸ਼ਬਦ ਹੋ ਗਿਆ, ਭਾਵੰਸ਼ ਹੋ ਗਿਆ, ਉਹ ਮਿਲ ਕੇ ਕਰਦੇ ਆ। ਸ਼ਬਦ ਦਾ ਨਿਰਮਾਣ ਭਾਵੰਸ਼ ਮਿਲ ਕੇ ਕਰਦੇ ਆ। ਭਾਵੰਸ਼ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈਗੀ ਹੈ। ਇਸੇ ਤਰ੍ਹਾਂ ਉਪਵਾਕਾਂ ਦਾ ਨਿਰਮਾਣ ਵਾਕੰਸ਼ ਮਿਲ ਕੇ ਕਰਦੇ ਆ, ਵਾਕ ਦਾ ਨਿਰਮਾਣ ਉਪਵਾਕ ਮਿਲ ਕੇ ਕਰਦੇ ਆ। ਸੋ ਵਿਦਿਆਰਥੀਓ, ਜਦੋਂ ਅਸੀਂ ਛੋਟੇ ਤੋਂ ਵੱਡੇ ਇਕਾਈ ਵੱਲ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਸਾਰੀਆਂ ਇਕਾਈਆਂ ਜਿਹੜੀਆਂ ਇੱਕ ਦੂਜੇ ਨਾਲ ਜੁੜ ਕੇ ਹੀ ਕੰਮ ਨੂੰ ਸਿਰੇ ਚੜਾਉਂਦੀਆਂ ਔਰ ਇੱਕ ਦੂਜੇ ਨਾਲ ਜੁੜ ਕੇ ਹੀ ਇੱਕ ਭਾਸ਼ਾ ਦੇ ਸੰਦੇਸ਼ ਨੂੰ ਦੂਜੇ ਤੱਕ ਪਹੁੰਚਾਉਣ ਦਾ ਇੱਕ ਸਾਧਨ ਬਣਦੀਆਂ ਤੇ ਪੂਰੀ ਤਰ੍ਹਾਂ ਦੇ ਨਾਲ ਉਹਦਾ ਅਰਥ ਸਪਸ਼ਟ ਕਰਦੀਆਂ। ਇੱਕ ਵਾਕ ਵਿੱਚ ਉਪਵਾਕ, ਵਾਕੰਸ਼, ਸ਼ਬਦ, ਭਾਵੰਸ਼ ਦੇ ਨਾਲ ਲਿੰਗ, ਬਚਨ, ਪੁਰਖ, ਕਾਲ ਅਤੇ ਵਾਚ ਆਦਿ ਵਿਆਕਰਨਕ ਸ਼੍ਰੇਣੀਆਂ ਦਾ ਵੀ ਆਪਣਾ ਕਾਰਜ ਹੁੰਦਾ ਹੈ। ਇਹ ਵਿਆਕਰਨਕ ਇਕਾਈਆਂ, ਇਹ ਵਿਆਕਰਨਕ ਸ਼੍ਰੇਣੀਆਂ, ਇਹ ਜਿਹੜੀ ਵਾਕ ਦੇ ਵਿੱਚ ਕੰਮ ਕਰ ਰਹੀਆਂ ਸਾਰੀਆਂ ਕਾਰਜਸ਼ੀਲ ਹੁੰਦੀਆਂ ਵਿਆਕਰਨਕ ਇਕਾਈਆਂ ਤੇ ਵਿਆਕਰਨਕ ਸ਼੍ਰੇਣੀਆਂ। ਆਪਾਂ ਹੁਣ ਇਹਦਾ ਇੱਕ ਉਦਾਹਰਨ ਦਿੰਦੇ ਹਾਂ, ਬੜੇ ਸੌਖੇ ਢੰਗ ਨਾਲ ਤੁਸੀਂ ਸਮਝ ਲਓਗੇ। ਇੱਕ ਵਾਕ ਲਿਖ ਰਹੇ ਹਾਂ ਆਪਾਂ, ਦੇਖੋ, ਮੁੰਡਾ ਖੇਡਦਾ ਹੈ। ਠੀਕ ਹੈ, ਮੁੰਡਾ ਖੇਡਦਾ ਹੈ ਇੱਕ ਵਾਕ ਹੈ। ਮੁੰਡਾ ਖੇਡਦਾ ਹੈ ਉਪਵਾਕ ਵੀ ਹੈ, ਕਿਉਂਕਿ ਇੱਕ ਸਧਾਰਨ ਵਾਕ ਉਪਵਾਕ ਵੀ ਹੁੰਦਾ ਹੈ। ਜਦੋਂ ਆਪਾਂ ਉਪਵਾਕ ਦੀ ਡੈਫੀਨੇਸ਼ਨ ਦੇਵਾਂਗੇ ਉੱਥੇ ਤੁਹਾਨੂੰ ਸਮਝਾਵਾਂਗੇ। ਹੁਣ ਅੱਗੇ ਦੇਖੋ, ਵਾਕੰਸ਼ ਕੀ ਹੈ? ਮੁੰਡਾ ਖੇਡਦਾ ਹੈ, ਮੁੰਡਾ ਨਾਮ ਵਾਕੰਸ਼ ਹੈ, ਖੇਡਦਾ ਹੈ ਕਿਰਿਆ ਵਾਕੰਸ਼ ਹੈ। ਇਹ ਦੋਨੇ ਮਿਲ ਕੇ ਵਾਕ ਦਾ ਨਿਰਮਾਣ ਕਰ ਰਹੇ ਆ। ਵਾਕ ਨੂੰ ਦੋ ਪਾਰਟਾਂ 'ਚ ਵੰਡ ਲਿਆ ਆਪਾਂ। ਕੱਲਾ ਮੁੰਡਾ ਕਹੀ ਚਲੋ, ਕੋਈ ਅਰਥ ਨਹੀਂ ਹੈਗਾ, ਇੱਕ ਸ਼ਬਦ ਹੈ ਤਾਂ ਬਣ ਗਿਆ। ਖੇਡਦਾ ਹੈ, ਕੌਣ ਖੇਡਦਾ ਕੋਈ ਪਤਾ ਨਹੀਂ ਲੱਗ ਰਿਹਾ। ਇਹ ਦੋਨੇ ਮਿਲ ਕੇ ਹੀ ਵਾਕ ਦਾ ਨਿਰਮਾਣ ਕਰਦੇ ਆ। ਦੋ ਵਾਕੰਸ਼ ਮਿਲ ਕੇ ਵਾਕ ਦਾ ਨਿਰਮਾਣ ਕਰ ਰਹੇ ਆ। ਮੁੰਡਾ ਨਾਮ ਵਾਕੰਸ਼ ਹੈ, ਖੇਡਦਾ ਹੈ ਕਿਰਿਆ ਵਾਕੰਸ਼ ਹੈ।
ਮੁੰਡਾ ਖੇਡਦਾ ਹੈ, ਦੇਖੋ ਮੁੰਡਾ ਇੱਕ ਹੋ ਗਿਆ, ਖੇਡਦਾ ਦੋ ਹੋ ਗਿਆ, ਹੈ ਤਿੰਨ ਹੋ ਗਿਆ। ਇਹ ਤਿੰਨੇ ਸ਼ਬਦ ਹੈ। ਮੁੰਡਾ ਅਲੱਗ ਸ਼ਬਦ ਹੈ, ਖੇਡਦਾ ਅਲੱਗ ਸ਼ਬਦ ਹੈ ਅਲੱਗ ਸ਼ਬਦ ਹੈ। ਇਹ ਸਹਾਇਕ ਕਿਰਿਆ। ਸੋ ਵਿਦਿਆਰਥੀਓ, ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ। ਉੱਪਰ ਆਪਾਂ ਵਾਕ ਦੀ ਗੱਲ ਕੀਤੀ ਸੀ, ਫਿਰ ਆਪਾਂ ਉਪਵਾਕ ਦੀ ਗੱਲ ਕੀਤੀ, ਫਿਰ ਵਾਕੰਸ਼ ਦੀ ਗੱਲ ਕੀਤੀ, ਫਿਰ ਸ਼ਬਦ ਦੀ ਗੱਲ ਕੀਤੀ ਹੈ। ਭਾਵੰਸ਼ ਦੇਖੋ ਹੁਣ ਮੁੰਡ ਆ, ਇਹਨਾਂ ਨੂੰ ਅਲੱਗ-ਅਲੱਗ ਕਰਤਾ ਹੈ, ਭਾਵੰਸ਼ ਹੋ ਗਿਆ। ਖੇਡ ਦਾ ਲਾ ਕੇ ਪਿਛੇਤਰ ਲੱਗ ਗਿਆ ਤੇ ਸ਼ਬਦ ਬਣ ਗਿਆ ਖੇਡਦਾ, ਪਰ ਖੇਡ ਕੱਲੀ ਹੈਗੀ ਜਿਹੜੀ ਉਹ ਭਾਵੰਸ਼। ਇਦਾਂ ਇਹ ਭਾਵੰਸ਼ ਤੋਂ ਸ਼ਬਦ ਬਣਦੇ ਆ, ਸ਼ਬਦਾਂ ਤੋਂ ਅੱਗੇ ਵਾਕੰਸ਼ ਬਣਦੇ ਆ, ਵਾਕੰਸ਼ਾਂ ਤੋਂ ਅੱਗੇ ਉਪਵਾਕ, ਉਪਵਾਕਾਂ ਤੋਂ ਅੱਗੇ ਵਾਕ। ਇਹ ਭਾਸ਼ਾ ਦੇ ਵਿੱਚ ਜਿਹੜੀਆਂ ਕਾਰਜਸ਼ੀਲ ਇਕਾਈਆਂ ਹੈਗੀਆਂ ਇੱਕ ਦੂਜੇ ਨਾਲ ਮਿਲ ਕੇ ਭਾਸ਼ਾ ਦਾ ਨਿਰਮਾਣ ਕਰਦੀਆਂ। ਇਹੋ ਹੀ ਗੱਲ ਸਮਝਣ ਵਾਲੀ ਹੈ, ਇਹੋ ਗੱਲ ਸਮਝਾਉਣ ਵਾਲੀ ਹੈ। ਹੁਣ ਦੇਖੋ ਮੁੰਡਾ ਖੇਡਦਾ ਹੈ, ਜਿਹੜੀ ਆਪਾਂ ਅੱਗੇ ਵਿਆਕਰਨ ਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਜਿਹੜੀਆਂ ਹੈਗੀਆਂ ਉਹ ਕਿਵੇਂ ਕੰਮ ਕਰਦੀਆਂ, ਠੀਕ ਹੈ। ਵਿਆਕਰਨਕ ਸ਼੍ਰੇਣੀਆਂ ਆਪਾਂ ਪਹਿਲਾਂ ਉੱਪਰ ਦੇਖਿਆ ਸੀਗਾ, ਲਿੰਗ, ਵਚਨ, ਪੁਰਖ, ਕਾਲ ਅਤੇ ਬਾਚ ਆਦਿ ਵਿਆਕਰਨਕ ਸ਼੍ਰੇਣੀਆਂ ਦਾ ਵੀ ਆਪਣਾ ਕਾਰਜ ਹੁੰਦਾ ਤੇ ਉਸੇ ਕਾਰਜ ਦੀ ਆਪਾਂ ਗੱਲ ਕਰ ਰਹੇ ਹਾਂ। ਹੁਣ ਦੇਖੋ ਅੱਗੇ ਮੁੰਡਾ ਖੇਡਦਾ ਹੈ, ਪੁਲਿੰਗ ਹੈ, ਠੀਕ ਹੈ। ਹੁਣ ਕੁੜੀ ਖੇਡਦੀ ਹੈ ਜੇ ਹੁੰਦਾ ਤਾਂ ਇਸਤਰੀ ਲਿੰਗ ਹੁੰਦਾ। ਮੁੰਡਾ ਖੇਡਦਾ ਹੈ ਇੱਕ ਵਚਨ ਵੀ ਹੈ। ਮੁੰਡੇ ਖੇਡਦੇ ਹਨ ਬਹੁਵਚਨ ਬਣ ਜਾਂਦਾ। ਮੁੰਡਾ ਖੇਡਦਾ ਹੈ ਵਰਤਮਾਨ ਕਾਲ ਹੈ। ਮੁੰਡਾ ਖੇਡਦਾ ਸੀ ਭੂਤਕਾਲ ਸੀ। ਮੁੰਡਾ ਖੇਡੇਗਾ ਭਵਿੱਖ ਕਾਲ ਹੋਵੇਗਾ। ਸੋ ਵਿਦਿਆਰਥੀਓ, ਇਹ ਸਾਰੇ ਜਿਹੜੇ ਪੱਖ ਹੈਗੇ ਆ, ਇਹ ਕਿਤੇ ਨਾ ਕਿਤੇ ਵਾਕ ਦੇ ਨਿਰਮਾਣ ਦੇ ਵਿੱਚ, ਭਾਸ਼ਾ ਦੇ ਨਿਰਮਾਣ ਦੇ ਵਿੱਚ ਜਿਹੜੀਆਂ ਇਕਾਈਆਂ ਕੰਮ ਕਰ ਰਹੀਆਂ ਨੇ, ਜਿਹੜੀਆਂ ਸ਼੍ਰੇਣੀਆਂ ਕੰਮ ਕਰ ਰਹੀਆਂ ਨੇ, ਉਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਵਿਆਖਿਆ ਹੈਗੀ ਹੈ। ਹੁਣ ਆਪਾਂ ਗੱਲ ਕਰਾਂਗੇ ਭਾਵੰਸ਼ ਦੀ। ਆਪਾਂ ਉੱਪਰ ਸਪਸ਼ਟ ਕੀਤਾ ਸੀਗਾ। ਹੁਣ ਇਹਨਾਂ ਬਾਰੇ ਜਿਹੜੀ ਆਪਾਂ ਗੱਲ ਕੀਤੀ ਹੈਗੀ ਹੈ, ਉਹਦੇ ਵਿੱਚ ਇੱਕ ਛੋਟੀ ਜੀ ਲੈਣੇ ਹੈਗੇ ਇਕਾਈ। ਆਪਾਂ ਸਭ ਤੋਂ ਛੋਟੀ ਜਿਹੜੀ ਇਕਾਈ ਹੈ ਭਾਵੰਸ਼, ਇਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਹਾਂ। ਫਿਰ ਆਉਣ ਵਾਲੇ ਲੈਕਚਰਾਂ ਦੇ ਵਿੱਚ ਜਿਹੜੀ ਲੈਕਚਰ ਲੜੀ ਹੋਊਗੀ ਵਿਆਕਰਨ ਬਾਰੇ, ਉਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੈਗੇ ਆ ਉਹਨਾਂ ਦਾ ਜ਼ਿਕਰ ਕਰਾਂਗੇ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਹੋਣਗੇ, ਕਿਸ ਢੰਗ ਦੇ ਪੁੱਛੇ ਜਾਣਗੇ, ਆਨਸਰ ਕਿਵੇਂ ਦੇਣੇ, ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ। ਆਪਾਂ ਭਾਵੰਸ਼ ਦੀ ਅੱਜ ਗੱਲ ਕਰ ਰਹੇ ਹਾਂ। ਭਾਵੰਸ਼ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ। ਜਿਹੜੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ ਨਾ, ਉਹਨੂੰ ਭਾਵੰਸ਼ ਕਿਹਾ ਜਾਂਦਾ ਹੈ। ਛੋਟੀ ਤੋਂ ਛੋਟੀ ਸੁਤੰਤਰ ਵਿਆਕਰਨਕ ਇਕਾਈ ਸ਼ਬਦ ਹੈ। ਵਿਆਕਰਨਕ ਇਕਾਈ ਸ਼ਬਦ ਹੈ ਤੇ ਸੁਤੰਤਰ ਜਿਹੜੀ ਇਕਾਈ ਹੁੰਦੀ ਹੈ ਭਾਵੰਸ਼ ਹੈ, ਠੀਕ ਹੈ। ਹੁਣ ਮਿਸਾਲ ਇੱਕ ਆਪਾਂ ਦਿੰਦੇ ਹਾਂ, ਚਰਖਾ ਸ਼ਬਦ ਹੈ। ਛੋਟਾ, ਨਾਨਾ, ਪਾਨ, ਇਹਨਾਂ ਨੂੰ ਵੱਖ-ਵੱਖ ਕਰੋ। ਪੱਪਾ ਆੜੇ ਨੂੰ ਕਰਨਾ ਨੰਨਾ, ਪਾਨ ਉੱਪਰ ਜਿਹੜਾ ਸ਼ਬਦ ਲਿਖਿਆ ਸੀਗਾ ਆਪਾਂ। ਇੱਕ ਅਜਿਹੀ ਇਕਾਈ ਹੈ ਜਿਸ ਨੂੰ ਹੋਰ ਅੱਗੇ ਤੋਂ ਵੰਡਿਆ ਨਹੀਂ ਜਾ ਸਕਦਾ। ਕਹਿਣ ਦਾ ਭਾਵ ਭਾਵੰਸ਼ ਇੱਕ ਅਜਿਹੀ ਇਕਾਈ ਹੁੰਦੀ ਹੈ ਜਿਸ ਨੂੰ ਅੱਗੇ ਆਪਾਂ ਵੰਡ ਨਹੀਂ ਸਕਦੇ, ਔਰ ਭਾਵੰਸ਼ ਮਿਲ ਕੇ ਸ਼ਬਦਾਂ ਦਾ ਨਿਰਮਾਣ ਕਰਦੇ ਆ। ਹੁਣ ਜਿਵੇਂ ਆਪਾਂ ਉੱਪਰ ਪਾਨ ਸ਼ਬਦ ਲਿਖਿਆ, ਪੱਪੇ ਕਰਨਾ ਨੰਨਾ ਪਾਨ, ਪੱਪਾ ਆੜੇ ਨੂੰ ਕਰਨਾ ਨੰਨਾ ਪਾਨ, ਇਸ ਤਰ੍ਹਾਂ ਬਣਦਾ। ਇਹਨੂੰ ਅੱਗੇ ਤੋਂ ਤੋੜਿਆ ਨਹੀਂ ਹੋਰ ਜਾ ਸਕਦਾ। ਪਾਨ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ, ਕੱਲੇ ਕੱਲੇ ਅੱਖਰ ਤੁਸੀਂ ਮਿਲਾ ਲਓ, ਇਹਨਾਂ ਦਾ ਕੋਈ ਅਰਥ ਨਹੀਂ ਹੈਗਾ। ਇਸ ਲਈ ਪਾਨ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ। ਜਦੋਂ ਵੰਡੋਗੇ ਤਾਂ ਇਹ ਅਰਥ ਨਿਰੇ ਦੇ ਅੱਖਰ ਬਣ ਜਾਣਗੇ। ਪਾਨ ਪੰਜਾਬੀ ਭਾਸ਼ਾ ਦਾ ਇੱਕ ਭਾਵੰਸ਼ ਹੈ। ਭਾਵੰਸ਼ ਦਾ ਅੱਗੇ ਵਰਗੀਕਰਨ ਕਰਦੇ ਹਾਂ ਆਪਾਂ। ਦੇਖੋ ਧਿਆਨ ਨਾਲ, ਰੂਪ ਦੇ ਆਧਾਰ ਤੇ ਵਰਗੀਕਰਨ ਇਹ ਹੈ। ਦੋ ਤਰ੍ਹਾਂ ਦਾ ਵਰਗੀਕਰਨ ਹੋਊਗਾ। ਪਹਿਲਾਂ ਆਪਾਂ ਰੂਪ ਦੇ ਆਧਾਰ ਤੇ ਕਰਦੇ ਹਾਂ। ਭਾਵੰਸ਼ ਦਾ ਵਰਗੀਕਰਨ ਰੂਪ ਦੇ ਆਧਾਰ ਤੇ ਸੁਤੰਤਰ ਭਾਵੰਸ਼, ਬੰਧੇਜੀ ਭਾਵੰਸ਼। ਸੁਤੰਤਰ ਨੂੰ ਮੁਕਤ ਵੀ ਕਿਹਾ ਜਾਂਦਾ ਹੈ। ਜੇ ਉਹ ਤੋਂ ਪੁੱਛ ਲਿਆ ਵੀ ਮੁਕਤ ਭਾਵੰਸ਼ ਦਾ ਵਰਗੀਕਰਨ ਕਰੋ, ਮੁਕਤ ਭਾਵੰਸ਼ ਕਿਹੜੇ ਹੁੰਦੇ ਆ, ਬੰਧੇਜੀ ਭਾਵੰਸ਼ ਕਿਹੜੇ ਹੁੰਦੇ ਆ, ਜੁਗਤ ਭਾਵੰਸ਼ ਕਿਹੜੇ ਹੁੰਦੇ ਆ। ਬੰਧੇਜੀ ਹੋ ਗਿਆ ਜੁਗਤ, ਸੁਤੰਤਰ ਹੋ ਗਿਆ ਮੁਕਤ। ਤੀਸਰਾ ਹੈਗਾ ਸਟੈਮ, ਸਟੈਮ ਹੁੰਦਾ ਸਿਫਰ। ਇਹ ਭਾਵੰਸ਼ ਕਿਹੜੇ ਹੁੰਦੇ? ਆਪਾਂ ਪਹਿਲਾਂ ਸੁਤੰਤਰ ਭਾਵੰਸ਼ ਦੀ ਗੱਲ ਕਰਦੇ ਹਾਂ। ਅਜਿਹੇ ਭਾਵੰਸ਼ ਜਿਹੜੇ ਆਪਣੇ ਆਪ ਵਿੱਚ ਇਕੱਲੇ ਕੋਈ ਭਾਵ ਪ੍ਰਗਟ ਕਰਦੇ ਹੋਣ। ਬਹੁਤ ਹੀ ਮਹੱਤਵਪੂਰਨ ਗੱਲ ਹੈ। ਸੁਤੰਤਰ ਭਾਵੰਸ਼ ਕਿਹੜੇ ਹੁੰਦੇ ਆ? ਇਹ ਆਪਣੇ ਆਪ ਦੇ ਵਿੱਚ ਅਰਥ ਪ੍ਰਗਟ ਕਰਦੇ ਆ, ਕੋਈ ਭਾਵ ਪ੍ਰਗਟ ਕਰਦੇ ਆ। ਸੁਤੰਤਰ ਭਾਵੰਸ਼ ਕਹਾਉਂਦੇ ਆ ਇਹ, ਜਿਹੜੇ ਆਪਣਾ ਅਰਥ ਖੁਦ ਪ੍ਰਗਟ ਕਰਦੇ ਹੋਣ। ਇਹ ਸ਼ਬਦ ਵਾਂਗ ਹੀ ਕਾਰਜ ਕਰਦੇ ਹਨ। ਸ਼ਬਦ ਵਾਂਗ, ਇੱਥੇ ਗੱਲ ਧਿਆਨ ਨਾਲ ਹੀ ਰੱਖਣ ਵਾਲੀ ਹੈ। ਇਹ ਸ਼ਬਦ ਵਾਂਗ ਕਾਰਜ ਕਰਦੇ ਆ। ਜਿਵੇਂ ਹੱਥ। ਹੁਣ ਵਿਦਿਆਰਥੀਓ, ਹੱਥ ਸ਼ਬਦ ਹੈ ਨਾ ਜਿਹੜਾ, ਇਹ ਭਾਵੰਸ਼ ਵੀ ਹੈ। ਭਾਵੰਸ਼ ਹੈ ਨਾ ਜਿਹੜਾ, ਇਹਦੇ ਪੂਰੇ ਅਰਥ ਹੈ ਹੱਥ।
ਹੁਣ ਇਹਨੂੰ ਅੱਗੇ ਵੰਡਿਆ ਨਹੀਂ ਜਾ ਸਕਦਾ, ਇਹ ਅਰਥਹੀਨ ਹੋ ਜਾਊਗਾ ਜੇ ਹੱਥ ਨੂੰ ਵੰਡਾਂਗੇ, ਹੱਥ ਸ਼ਬਦ ਨੂੰ, ਹੱਥ ਭਾਵਾਂਸ਼ ਨੂੰ ਵੰਡਾਂਗੇ। ਕੰਨ ਇਹ ਭਾਵਾਂਸ਼ ਨੂੰ ਵੰਡਾਂਗੇ ਤਾਂ ਅਰਥਹੀਨ ਹੋ ਜਾਊਗਾ, ਕੱਕੇ ਨੂੰ ਉੱਤੇ ਟਿੱਪੀ ਅਲੱਗ ਕਰ ਦਿਓ, ਨੰਨਾ ਅਲੱਗ ਕਰ ਦਿਓ। ਸਿਰ ਇਹ ਭਾਵਾਂਸ਼ ਨੂੰ ਅਲੱਗ ਕਰ ਦਿਓਗੇ, ਪੈਰ ਇਸ ਭਾਵਾਂਸ਼ ਨੂੰ ਅਲੱਗ-ਅਲੱਗ ਅੱਖਰਾਂ ਨੂੰ ਕਰ ਦਿਓਗੇ, ਇਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਊਗਾ। ਜਦ ਕਿ ਸ਼ਬਦ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ। ਸ਼ਬਦ ਨੂੰ ਜੇਕਰ ਜਦੋਂ ਆਪਾਂ ਸ਼ਬਦ ਦੀ ਗੱਲ ਕਰਾਂਗੇ ਤੁਹਾਨੂੰ ਉੱਥੇ ਦੱਸਾਂਗੇ ਕਿ ਸ਼ਬਦ ਨੂੰ ਦੋ ਟੋਟਿਆਂ 'ਚ ਵੰਡ ਦਿੱਤਾ ਜਾਵੇ ਤਾਂ ਉਹ ਆਪਣੇ ਅਰਥ ਕਈ ਵਾਰੀ ਉਸੇ ਤਰ੍ਹਾਂ ਕਾਇਮ ਰੱਖਦਾ ਹੈ। ਹੁਣ ਇਹ ਜਿਹੜੇ ਸਾਰੇ ਉੱਪਰਲੇ ਸ਼ਬਦ ਲਿਖੇ ਹੋਏ ਨਾ ਭਾਵਾਂਸ਼, ਇਹਨਾਂ ਦੇ ਆਪਣੇ ਅਰਥ ਹੈਗੇ ਆ, ਸੁਤੰਤਰ ਭਾਵਾਂਸ਼ ਹੈ, ਇਕੱਲੇ ਵਿਚਰ ਸਕਦੇ ਆ। ਜਿਹੜੇ ਇਕੱਲੇ ਵਿਚਰ ਸਕਦੇ ਹੁਣ ਵਾਕ ਦੇ ਵਿੱਚ, ਉਹ ਸੁਤੰਤਰ ਭਾਵਾਂਸ਼ ਹੈ। ਜਿਹੜੇ ਕੋਈ ਭਾਵ ਪ੍ਰਗਟ ਕਰਦੇ ਹੋਣ ਉਹ ਸੁਤੰਤਰ ਭਾਵਾਂਸ਼ ਹੈ। ਜਿਹੜੇ ਇਕੱਲੇ ਨਾ ਵਿਚਰ ਸਕਦੇ ਹੋਣ ਜਾਂ ਇਕੱਲੇ ਕੋਈ ਅਰਥ ਪ੍ਰਗਟ ਨਾ ਕਰ ਸਕਦੇ ਹੋਣ ਉਹ ਬੰਦੇਜੀ ਭਾਵਾਂਸ਼ ਹੋਣਗੇ। ਹੁਣ ਆਪਾਂ ਦੇਖਦੇ ਹਾਂ ਬੰਦੇਜੀ ਭਾਵਾਂਸ਼ ਕਿਹੜੇ ਆ। ਅਜਿਹੇ ਭਾਵਾਂਸ਼ ਜੋ ਆਪਣੇ ਆਪ ਵਿੱਚ ਇਕੱਲੇ ਕੋਈ ਅਰਥ ਨਾ ਰੱਖਦੇ ਹੋਣ, ਸਗੋਂ ਕਿਸੇ ਸੁਤੰਤਰ ਭਾਵਾਂਸ਼ ਨਾਲ ਜੁੜ ਕੇ ਹੀ ਅਰਥ ਗ੍ਰਹਿਣ ਕਰਨ ਨੂੰ ਬੰਦੇਜੀ ਭਾਵਾਂਸ਼ ਕਿਹਾ ਜਾਂਦਾ ਹੈ। ਜਿਵੇਂ ਆ, ਈ, ਏ, ਓ ਆਦਿ। ਹੁਣ ਦੇਖੋ ਆ ਸ਼ਬਦ ਕਿੱਥੇ ਲੱਗਦਾ? ਅੱਖਾਂ। ਆ ਦਾ ਕੋਈ ਅਰਥ ਨਹੀਂ, ਅੱਖਾਂ ਦਾ ਪੂਰਾ ਅਰਥ ਹੈਗਾ। ਪੈਰਾਂ ਪਿੱਛੇ ਆ ਲੱਗ ਗਿਆ, ਆੜੇ ਕੰਨਾਂ ਉੱਤੇ ਬਿੰਦੀ ਆ। ਇਸੇ ਤਰ੍ਹਾਂ ਈ ਸ਼ਬਦ ਅੱਖੀ, ਹੱਥੀ। ਇਹ ਸ਼ਬਦ ਦੇ ਵਿੱਚ ਜੇ ਮੰਗੇ ਸ਼ਬਦ ਹੋ ਗਿਆ, ਠੀਕ ਹੈ। ਔਰ ਉਹ ਸ਼ਬਦ ਦੇ ਵਿੱਚ ਸਿਰੋਂ, ਸ਼ਹਿਰੋਂ। ਤੇ ਇਸੇ ਤਰ੍ਹਾਂ ਇਹ ਸ਼ਬਦ ਦੇ ਵਿੱਚ ਆਂਖੇ ਵੀ ਹੈਗਾ, ਠੀਕ ਹੈ ਨਾ। ਇਹ ਸਾਰੇ ਸ਼ਬਦ ਜਿਹੜੇ ਮਿਲ ਕੇ ਕਿਤੇ ਨਾ ਕਿਤੇ ਅਰਥ ਬਣਾਉਂਦੇ ਆ, ਪਰ ਕੱਲਿਆਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਬੰਦੇਜੀ ਭਾਵਾਂਸ਼ ਹੁੰਦੇ। ਬੰਦੇਜੀ ਭਾਵਾਂਸ਼ ਇਹ ਹੁੰਦੇ ਆ ਕਿ ਇਕੱਲੇ ਸੁਤੰਤਰ ਰੂਪ ਦੇ ਵਿੱਚ ਇਹਨਾਂ ਦਾ ਕੋਈ ਅਰਥ ਨਹੀਂ ਹੁੰਦਾ। ਇਹ ਸ਼ਬਦਾਂ ਨਾਲ ਦੂਸਰੇ ਭਾਵਾਂਸ਼ਾਂ ਨਾਲ ਜੁੜ ਕੇ ਆਪਣਾ ਅਰਥ ਸਪਸ਼ਟ ਕਰਦੇ ਆ, ਕੱਲਿਆਂ ਦਾ ਕੋਈ ਅਰਥ ਨਹੀਂ ਹੁੰਦਾ। ਸਟੈਮ ਕੀ ਹੁੰਦਾ? ਸਟੈਮ ਹੁੰਦਾ ਵਿਦਿਆਰਥੀਓ ਅਜਿਹੇ ਸ਼ਬਦ ਜਿਨ੍ਹਾਂ ਵਿੱਚ ਮੂਲ ਤੇ ਅਗੇਤਰ ਪਿਛੇਤਰ ਹੋਵੇ ਤਾਂ ਮੂਲ ਸਟੈਮ ਹੁੰਦਾ। ਅਜਿਹੇ ਸ਼ਬਦ ਜਿਨ੍ਹਾਂ ਵਿੱਚ ਮੂਲ ਤੇ ਅਗੇਤਰ ਪਿਛੇਤਰ ਹੋਵੇ ਤਾਂ ਮੂਲ ਸਟੈਮ ਹੁੰਦਾ। ਜਿਵੇਂ ਅਣਚਾਹਿਆ ਅਗੇਤਰ ਹੈ, ਅਣਚਾਹਿਆ ਸਟੈਮ ਹੈ। ਪਿਛੇਤਰ ਪਿੱਛੇ ਜਿਹੜਾ ਰਹਿ ਗਿਆ ਸ਼ਬਦ ਕੱਲਾ ਉਹ ਚਾਹਿਆ, ਅਣ ਮੂਹਰੇ ਅਗੇਤਰ ਲੱਗ ਗਿਆ। ਘਰ ਤੋਂ ਬਣ ਗਿਆ ਘਰੇਲੂ, ਘਰ ਸਟੈਮ ਬਣ ਗਿਆ, ਈਲੂ ਪਿਛੇਤਰ ਬਣ ਗਿਆ। ਪੜ੍ਹ ਤੋਂ ਪੜ੍ਹਾਈ ਬਣ ਗਿਆ, ਪੜ੍ਹ ਆਈ। ਡਰ ਨਾ, ਡਰ ਤੋਂ ਡਰਨਾ ਬਣ ਗਿਆ। ਇਹ ਪੜ੍ਹ ਤੇ ਡਰ ਦੋਨੇ ਸਟੈਮ ਬਣ ਗਏ, ਆਈ ਨਾ ਪਿਛੇਤਰ ਬਣ ਗਏ, ਠੀਕ ਹੈ। ਸੋ ਵਿਦਿਆਰਥੀਓ ਇਹ ਤਿੰਨ ਪਾਰਟ ਜਿਹੜੇ ਆਪਾਂ ਬਣਾਏ ਹੈਗੇ ਆ ਇਹਦੇ। ਅੱਗੇ ਦੇਖੋ ਵਧੇਤਰ। ਸੁਤੰਤਰ ਭਾਵਾਂਸ਼ ਜੁੜ ਕੇ ਆਉਣ ਵਾਲੇ ਭਾਵਾਂਸ਼ਾਂ ਨੂੰ ਵਧੇਤਰ ਕਿਹਾ ਜਾਂਦਾ ਹੈ। ਜਿਹੜੇ ਸੁਤੰਤਰ ਭਾਵਾਂਸ਼ ਹੁੰਦੇ ਆ ਨਾ, ਉਹ ਜਦੋਂ ਜੁੜ ਕੇ ਆਉਂਦੇ ਆ ਤਾਂ ਉਹਨਾਂ ਨੂੰ ਵਧੇਤਰ ਕਿਹਾ ਜਾਂਦਾ। ਉਹਨਾਂ ਭਾਵਾਂਸ਼ਾਂ ਨੂੰ, ਸੁਤੰਤਰ ਭਾਵਾਂਸ਼ ਜੁੜ ਕੇ ਆਉਣ ਵਾਲੇ ਭਾਵਾਂਸ਼ਾਂ ਨੂੰ ਵਧੇਤਰ ਕਿਹਾ ਜਾਂਦਾ। ਜਿਵੇਂ ਅਗੇਤਰ ਹੋ ਗਿਆ, ਵਧੇਤਰ ਹੋ ਗਿਆ, ਪਿਛੇਤਰ ਹੋ ਗਿਆ। ਤਿੰਨ ਤਰ੍ਹਾਂ ਦੇ ਵਧੇਤਰ ਹੁੰਦੇ ਆ। ਜਿਹੜਾ ਕਿਸੇ ਚੀਜ਼ ਨਾਲ ਜੁੜ ਜੇ ਉਹ ਵਧੇਤਰ ਹੁੰਦਾ। ਉਹ ਮੂਹਰੇ ਜੁੜ ਜੇ, ਵਿਚਕਾਰ ਜੁੜ ਜੇ ਜਾਂ ਪਿੱਛੇ ਜੁੜ ਜੇ। ਜੇ ਮੂਹਰੇ ਜੁੜ ਗਿਆ ਤਾਂ ਅਗੇਤਰ ਬਣ ਗਿਆ, ਵਿਚਕਾਰ ਜੁੜ ਗਿਆ ਤਾਂ ਵਧੇਤਰ ਬਣ ਗਿਆ, ਜੇ ਪਿੱਛੇ ਜੁੜ ਗਿਆ ਤਾਂ ਪਿਛੇਤਰ ਬਣ ਗਿਆ। ਹੁਣ ਪਹਿਲਾਂ ਆਪਾਂ ਅਗੇਤਰ ਦੀ ਗੱਲ ਕਰਦੇ ਹਾਂ। ਉਹ ਭਾਵਾਂਸ਼ ਜੋ ਸ਼ਬਦ ਮੂਲ ਸਟੈਮ ਦੇ ਅੱਗੇ ਜੋੜੇ ਜਾਣ, ਠੀਕ ਹੈ। ਅਗੇਤਰ ਸ਼ਬਦ ਜਿਹੜੇ ਉਹ ਭਾਵਾਂਸ਼ ਜੋ ਸ਼ਬਦ ਮੂਲ ਸਟੈਮ ਦੇ ਅੱਗੇ ਪਾਸੇ ਜੋੜੇ ਜਾਣ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ। ਜਿਵੇਂ ਪਹਿਲਾ ਸ਼ਬਦ ਜੁੜਿਆ ਪੜ੍ਹ ਤੇ ਅਣ ਲਾ ਲਿਆ, ਠੀਕ ਹੈ। ਅਣ ਜਾਣ, ਬੇਪਰਦਾ, ਇਹ ਸਾਰੇ ਸ਼ਬਦ ਅਗੇਤਰ ਦੇ ਰੂਪ ਦੇ ਵਿੱਚ ਸਾਹਮਣੇ ਆਏ। ਪੜ੍ਹ ਤੋਂ ਪਹਿਲਾਂ ਅਣ ਲੱਗ ਗਿਆ, ਜਾਣ ਤੋਂ ਪਹਿਲਾਂ ਅਣ ਲੱਗ ਗਿਆ, ਪਰਦਾ ਤੋਂ ਪਹਿਲਾਂ ਬੇਪਰਦਾ, ਬੇ ਲੱਗ ਗਿਆ। ਸੋ ਇਹ ਸਾਰੇ ਜਿਹੜੇ ਸ਼ਬਦ ਹੈਗੇ ਵਿਦਿਆਰਥੀਓ, ਇਹ ਜਿਹੜੇ ਸਾਰੇ ਹੈਗੇ ਅਗੇਤਰ ਦੇ ਰੂਪ ਦੇ ਵਿੱਚ ਭਾਵਾਂਸ਼ ਵਿਚਰਦੇ ਆ। ਵਧੇਤਰ ਦੇ ਵਿੱਚ ਜਿਵੇਂ ਸ਼ਬਦ ਦੇ ਵਿਚਕਾਰ ਲੱਗਦਾ ਹੋਵੇ, ਉਹ ਭਾਵਾਂਸ਼ ਜੋ ਸ਼ਬਦ ਮੂਲ ਦੇ ਵਿਚਕਾਰ ਜੁੜ ਕੇ ਆਉਂਦੇ ਹਨ ਉਹਨਾਂ ਨੂੰ ਵਧੇਤਰ ਕਿਹਾ ਜਾਂਦਾ ਹੈ। ਜਿਵੇਂ ਮੰਮੇ ਕੰਨਾ ਰਾਰਾ, ਮਾਰ। ਇਹ ਆੜੇ ਕੰਨਾ ਆ ਕੀ ਹੈਗਾ? ਸਾਡੇ ਕੋਲੇ ਜਿਹੜੇ ਅੱਖਰ ਹੈਗੇ ਆ, ਇੱਕ ਅੱਖਰ ਹੈਗੇ ਸਾਡੇ ਕੋਲੇ ਵਿਅੰਜਨ, ਇੱਕ ਹੈਗਾ ਸਵਰ। ਆ ਸਵਰ ਹੈ ਸਾਡਾ। ਮਾਰ, ਮੰਮੇ ਕੰਨਾ, ਮੰਮਾ ਆੜੇ ਨੂੰ ਕੰਨਾ ਰਾਰਾ, ਮਾਰ, ਇਹ ਵਿਚਕਾਰ ਆ ਗਿਆ, ਇਹ ਵਧੇਤਰ ਹੋ ਗਿਆ। ਉਬਾਲ,
ਆ ਜਿਹੜਾ ਕੰਨਾ ਬਣ ਗਿਆ ਇਹ ਆਈ ਬਣ ਗਿਆ, ਇਹ ਵਿਚਕਾਰ ਆਇਆ। ਸੋ ਵਿਦਿਆਰਥੀਓ ਇਹ ਵਧੇਤਰ ਦੇ ਰੂਪ ਦੇ ਵਿੱਚ ਵਿਚਰ ਰਹੇ ਆ ਸ਼ਬਦ ਦੇ ਵਿੱਚ। ਪਿਛੇਤਰ ਦੇ ਰੂਪ ਦੇ ਵਿੱਚ ਕਿਵੇਂ ਵਿਚਰ ਰਹੇ ਆ? ਉਹ ਭਾਵੰਸ਼ ਜੋ ਸ਼ਬਦ ਮੂਲ ਦੇ ਪਿੱਛੇ ਜੁੜ ਕੇ ਆਉਂਦੇ ਹਨ। ਮੂਲ ਸ਼ਬਦ ਹੁੰਦਾ ਉਹਦੇ ਪਿੱਛੇ ਜੁੜ ਜਾਣ ਉਹਨੂੰ ਪਿਛੇਤਰ ਕਿਹਾ ਜਾਂਦਾ, ਤੁਹਾਨੂੰ ਪਤਾ ਹੀ ਹੈ। ਜਿਵੇਂ ਪੜ੍ਹ ਸ਼ਬਦ ਮੂਲ ਹੈ, ਪੜ੍ਹਦਾ ਦਾ ਸ਼ਬਦ ਹੈ ਜਿਹੜਾ ਪਿਛੇਤਰ ਹੋ ਗਿਆ, ਇਹ ਭਾਵੰਸ਼ ਬਣ ਗਿਆ। ਗਾਂ ਸ਼ਬਦ ਨਾਮ ਹੈ, ਇੱਕ ਪਸ਼ੂ ਦਾ ਨਾਂ ਹੈ ਗਾਂ। ਗਾਵਾਂ ਬਹੁਵਚਨ ਬਣ ਗਿਆ, ਵਾਂ ਕੀ ਹੈ ਇਹਦਾ ਪਿਛੇਤਰ ਬਣ ਗਿਆ। ਇਹਨੂੰ ਵਧੇਤਰ ਕੀ ਹੁੰਦਾ ਅੱਗੇ? ਰੂਪ ਦੇ ਆਧਾਰ ਤੇ। ਪਹਿਲਾਂ ਹੁਣ ਆਪਾਂ ਦੂਸਰਾ ਰੂਪ ਦੇ ਆਧਾਰ ਤੇ ਕਰਦੇ ਹਾਂ। ਵਿਉਤਪਤ ਵਧੇਤਰ, ਰੂਪਾਂਤਰੀ ਵਧੇਤਰ, ਸ਼੍ਰੇਣੀ ਰੱਖਿਅਕ ਤੇ ਸ਼੍ਰੇਣੀ ਬਦਲੂ। ਹੁਣ ਵਧੇਤਰ ਦੇ ਅੱਗੇ ਦੋ ਪਾਰਟ ਬਣਾਏ ਵਿਦਿਆਰਥੀਓ। ਪਹਿਲਾ ਵਿਉਤਪਤ ਵਧੇਤਰ ਹੈ, ਦੂਜਾ ਹੈਗਾ ਰੂਪਾਂਤਰੀ ਵਧੇਤਰ। ਇਹਨਾਂ ਦੀ ਆਪਾਂ ਡੈਫੀਨੇਸ਼ਨ ਦੱਸਾਂਗੇ ਅੱਗੇ। ਵਿਉਤਪਤ ਵਧੇਤਰ ਦੇ ਅੱਗੇ ਦੋ ਪਾਰਟ ਬਣਦੇ ਆ, ਸ਼੍ਰੇਣੀ ਰੱਖਿਅਕ ਤੇ ਸ਼੍ਰੇਣੀ ਬਦਲੂ। ਜਿਹੜਾ ਸ਼੍ਰੇਣੀ ਦੀ ਰੱਖਿਆ ਕਰੇ ਉਹ ਸ਼੍ਰੇਣੀ ਰੱਖਿਅਕ, ਜਿਹੜਾ ਸ਼੍ਰੇਣੀ ਨੂੰ ਬਦਲ ਜਾਵੇ ਸ਼ਬਦ ਉਹ ਸ਼੍ਰੇਣੀ ਬਦਲੂ ਹੁੰਦਾ। ਵਿਉਤਪਤ ਵਧੇਤਰ ਹੁੰਦਾ ਕੀ ਹੈ? ਵਿਉਤਪਤ ਵਧੇਤਰ ਵਿਦਿਆਰਥੀਓ ਅਗੇਤਰ ਵੀ ਹੁੰਦੇ ਹਨ ਤੇ ਪਿਛੇਤਰ ਵੀ ਹੁੰਦੇ ਹਨ। ਆ ਜਦੋਂ ਆਪਾਂ ਇੱਕ ਡਾਇਗਰਾਮ ਬਣਾਈ ਹੈ ਵਧੇਤਰ ਦੀ ਗੱਲ ਕਰ ਰਹੇ ਹਾਂ, ਪਹਿਲਾਂ ਆਪਾਂ ਆ ਵਧੇਤਰ ਹੈ, ਵਿਉਤਪਤ ਵਧੇਤਰ, ਰੂਪਾਂਤਰੀ ਵਧੇਤਰ, ਸ਼੍ਰੇਣੀ ਰੱਖਿਅਕ ਤੇ ਸ਼੍ਰੇਣੀ ਬਦਲੂ ਵਿਉਤਪਤ ਦੇ ਅੱਗੇ ਤੋਂ ਪਿਆ। ਹੁਣ ਆਪਾਂ ਅੱਗੇ ਦੇਖਦੇ ਹਾਂ ਵਿਉਤਪਤ ਹੁੰਦਾ ਕੀ ਹੈ। ਵਿਉਤਪਤ ਵਧੇਤਰ ਅਗੇਤਰ ਵੀ ਹੁੰਦੇ ਹਨ ਤੇ ਪਿਛੇਤਰ ਵੀ ਹੁੰਦੇ ਹਨ। ਇਹ ਸ਼ਬਦ ਮੂਲ ਨਾਲ ਜੁੜ ਕੇ ਨਵੇਂ ਸ਼ਬਦਾਂ ਦੀ ਵਿਉਤਪਤੀ ਕਰਦੇ ਹਨ। ਜਿਹੜੇ ਨਵੇਂ ਸ਼ਬਦ ਹੁੰਦੇ ਉਹਨਾਂ ਦੀ ਵਿਉਤਪਤੀ ਕਰਦੇ ਆ। ਜਿਵੇਂ ਤੇਲ, ਤੇਲ ਤੋਂ ਤੇਲੀ। ਤੇਲ ਇੱਕ ਵਸਤੂ ਦਾ ਨਾਂ, ਇੱਕ ਤਰਲ ਪਦਾਰਥ ਦਾ ਨਾਂ। ਤੇਲੀ ਇੱਕ ਵਿਅਕਤੀ, ਇੱਕ ਸ਼੍ਰੇਣੀ ਨੂੰ ਕਿਹਾ ਜਾਂਦਾ। ਇਹ ਪਿਛੇਤਰ ਲੱਗ ਗਿਆ। ਸ਼੍ਰੇਣੀ ਰੱਖਿਅਕ ਕਿਹੜੇ ਹੁੰਦੇ ਆ? ਸ਼੍ਰੇਣੀ ਰੱਖਿਅਕ ਵਿਉਤਪਤ ਵਧੇਤਰ ਮੂਲ ਸ਼ਬਦ ਸਟੈਮ ਸੁਤੰਤਰ ਭਾਵਾਂਸ਼ ਨਾਲ ਜੁੜ ਕੇ ਉਸੇ ਹੀ ਸ਼੍ਰੇਣੀ ਦਾ ਨਵਾਂ ਸ਼ਬਦ ਘੜ ਲੈਂਦੇ ਹਨ, ਸਿਰਜ ਲੈਂਦੇ ਹਨ। ਆਪਣੀ ਸ਼੍ਰੇਣੀ ਨਹੀਂ ਛੱਡਦੇ। ਜਿਵੇਂ ਪੁੱਤਰ, ਸਪੁੱਤਰ, ਸੱਸਾ ਲੱਗੇ ਮੂਰੇ। ਦਾਦਾ, ਪੜਦਾਦਾ, ਪੜ ਲੱਗੇ ਮੂਰੇ। ਇਹ ਸ਼੍ਰੇਣੀ ਰੱਖਿਅਕ ਹੈ, ਉਸੇ ਸ਼੍ਰੇਣੀ ਦੇ ਵਿੱਚ ਹੀ ਰਹਿੰਦੇ ਆ, ਉਸੇ ਸ਼੍ਰੇਣੀ ਦੀ ਹੀ ਗੱਲ ਕਰਦੇ ਆ। ਸ਼੍ਰੇਣੀ ਬਦਲੂ ਕਿਹੜੇ ਹੁੰਦੇ ਆ? ਜਿਹੜੇ ਆਪਣੀ ਮੂਲ ਰੂਪ ਨੂੰ ਬਦਲਦੇ ਨੇ। ਉਹਨਾਂ ਵਿਉਤਪਤ ਵਧੇਤਰਾਂ ਨੂੰ ਸ਼੍ਰੇਣੀ ਬਦਲੂ ਕਿਹਾ ਜਾਂਦਾ ਹੈ, ਜਿਹੜੇ ਸ਼ਬਦ ਮੂਲ ਸਟੈਮ ਸੁਤੰਤਰ ਭਾਵਾਂਸ਼ਾਂ ਨਾਲ ਜੁੜ ਕੇ ਉਸੇ ਸ਼੍ਰੇਣੀ ਦੇ ਸ਼ਬਦ ਨਹੀਂ ਬਣਾਉਂਦੇ, ਸਗੋਂ ਨਵੀਂ ਸ਼੍ਰੇਣੀ ਦਾ ਨਿਰਮਾਣ ਕਰ ਲੈਂਦੇ। ਲਿਖ ਕਿਰਿਆ, ਲਿਖਾਰੀ ਨਾਮ ਹੈ। ਲਿਖਾਰੀ ਕੋਈ ਕਵੀ ਹੋ ਗਿਆ, ਲੇਖਕ ਹੋ ਗਿਆ। ਜਿਵੇਂ ਨਾਨਕ ਸਿੰਘ ਉਹ ਇੱਕ ਲਿਖਾਰੀ ਸੀਗਾ। ਲਿਖ ਕਲਮ ਦੇ ਨਾਲ ਲਿਖ ਰਿਹਾ, ਇਹ ਕਿਰਿਆ ਹੈਗੀ। ਸੋ ਇਹ ਸ਼੍ਰੇਣੀ ਬਦਲੂ ਹੋ ਗਿਆ। ਰੂਪਾਂਤਰੀ ਵਧੇਤਰ ਕਿਹੜੇ ਹੁੰਦੇ ਆ? ਜਿਹੜੇ ਰੂਪਾਂਤਰੀ ਵਧੇਤਰ ਸਿਰਫ ਪਿਛੇਤਰ ਹੁੰਦੇ ਹਨ। ਇਹ ਪਿਛੇਤਰ ਸ਼ਬਦ ਮੂਲ ਨਾਲ ਜੁੜ ਕੇ ਰੂਪਾਵਲੀਆਂ ਦੀ ਸਿਰਜਣਾ ਕਰਦੇ ਹਨ। ਜਿਵੇਂ ਪੜ੍ਹ, ਪੜ੍ਹੀ, ਪੜ੍ਹੇ, ਪੜ੍ਹਿਆ, ਪੜ੍ਹੀਆਂ, ਪੜ੍ਹੀਏ, ਪੜ੍ਹੀਆਂ, ਪੜ੍ਹੋ ਆਦਿ। ਇਹ ਸਾਰੇ ਜਿਹੜੇ ਪਿਛੇਤਰ ਵਾਲੇ ਸ਼ਬਦ ਤਿਆਰ ਹੋ ਰਹੇ ਹੈ, ਪਿਛੇਤਰ ਦੇ ਵਿੱਚ ਜਾ ਕੇ ਇਹ ਰੂਪਾਂਤਰੀ ਵਧੇਤਰ ਲੱਗਦੇ ਆ। ਠੀਕ ਹੈ। ਸੋ ਇਹ ਅਗਲਾ ਲਾਸਟ ਹੋਗਾ ਸਟੈਮ। ਸਟੈਮ ਸਿਫਰ ਲਾਸਟ ਵਾਲਾ ਹੀ ਆਪਣਾ ਪੁਆਇੰਟ ਹੈ। ਅਮਰੀਕੀ ਭਾਸ਼ਾ ਵਿਗਿਆਨੀ ਨੇ ਵਿਦਿਆਰਥੀਓ ਅੰਗਰੇਜ਼ੀ ਉਚਾਰਨ ਦੀਆਂ ਕੁਝ ਸਥਿਤੀਆਂ ਦਾ ਵਰਣਨ ਕਰਨ ਲਈ ਸਿਫਰ ਭਾਵਾਂਸ਼ ਦਾ ਸੰਕਲਪ ਦਿੱਤਾ। ਜਿਵੇਂ ਸ਼ੀਪ, ਸ਼ੀਪ ਇੱਕ ਵਚਨ ਵੀ ਹੈ ਤੇ ਬਹੁਵਚਨ 'ਚ ਵੀ ਸ਼ੀਪ ਹੀ ਆਊਗਾ, ਇੱਕ ਵਚਨ 'ਚ ਵੀ ਸ਼ੀਪ ਆਊਗਾ। ਸੋ ਇਹ ਜਿਹੜੇ ਸਾਰੇ ਸ਼ਬਦ ਹੈਗੇ ਵਿਦਿਆਰਥੀਓ, ਇਹ ਕਿਤੇ ਨਾ ਕਿਤੇ ਭਾਵਾਂਸ਼ ਦੀ ਗੱਲ ਕਰਦੇ ਆ। ਆਪਾਂ ਇੱਕ ਵਾਰੀ ਫਿਰ ਪਿੱਛੇ ਤੇ ਚੱਲ ਕੇ ਗੱਲ ਕਰਦੇ ਹੈਗੇ, ਫਿਰ ਤੁਹਾਨੂੰ ਹੁਣ ਸਾਰਾ ਕਲੀਅਰ ਹੋ ਜਾਊਗਾ। ਕਿਉਂਕਿ ਅਸੀਂ ਅੱਜ ਜਿਹੜਾ ਗੱਲ ਕੀਤੀ ਹੈਗੀ ਹੈ, ਅੱਜ ਅਸੀਂ ਗੱਲ ਸਿਰਫ ਤੇ ਸਿਰਫ ਇੱਕ ਤਾਂ ਵਿਆਕਰਨਕ ਸ਼੍ਰੇਣੀਆਂ ਦੀ ਗੱਲ ਕੀਤੀ ਹੈ। ਦੂਸਰੀ ਗੱਲ ਕੀਤੀ ਹੈਗੀ ਹੈ ਅਸੀਂ ਵਿਆਕਰਨਕ ਸ਼੍ਰੇਣੀਆਂ ਦੇ ਵਿੱਚ ਜਿਹੜੀ ਇੱਕ ਸ਼੍ਰੇਣੀ ਹੈਗੀ ਹੈ ਉਹ ਹੈਗੀ ਹੈ ਭਾਵਾਂਸ਼ ਵਾਲੀ, ਉਹਦੀ ਗੱਲ ਕੀਤੀ ਹੈ। ਵਿਆਕਰਨਕ ਸ਼੍ਰੇਣੀਆਂ ਦੇ ਵਿੱਚ ਵਿਦਿਆਰਥੀਓ ਕੁੱਲ ਮਿਲਾ ਕੇ 5 ਸ਼੍ਰੇਣੀਆਂ ਆਉਂਦੀਆਂ। ਸਭ ਤੋਂ ਛੋਟੀ ਭਾਵਾਂਸ਼ ਹੁੰਦੀ ਹੈ, ਭਾਵਾਂਸ਼ ਤੋਂ ਵੱਡੀ ਸ਼ਬਦ ਹੁੰਦੀ ਹੈ, ਸ਼ਬਦ ਤੋਂ ਵੱਡੀ ਵਾਕੰਸ਼ ਹੁੰਦੀ ਹੈ, ਵਾਕੰਸ਼ ਤੋਂ ਵੱਡੀ ਉਪਵਾਕ, ਉਪਵਾਕ ਤੋਂ ਵੱਡੀ ਵਾਕ। ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ, ਭਾਵਾਂਸ਼ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਇਹਨਾਂ ਇਕਾਈਆਂ ਦੇ ਵਿਚਕਾਰ 3 ਇਕਾਈਆਂ ਹੋਰ ਵਿਚਰਦੀਆਂ, ਜਿਹੜੀਆਂ ਸ਼ਬਦ ਦੇ ਰੂਪ ਦੇ ਵਿੱਚ, ਵਾਕੰਸ਼ ਦੇ ਰੂਪ ਦੇ ਵਿੱਚ ਅਤੇ ਉਪਵਾਕ ਦੇ ਰੂਪ ਦੇ ਵਿੱਚ ਜਾਣੀਆਂ ਜਾਂਦੀਆਂ, ਪਹਿਚਾਣੀਆਂ ਜਾਂਦੀਆਂ। ਤੇ ਅਸੀਂ ਭਾਵਾਂਸ਼ ਦੇ ਅੱਗੇ ਟੋਟੇ ਕੀਤੇ ਸੀ। ਭਾਵਾਂਸ਼ ਹੁੰਦਾ ਕੀ ਹੈ? ਭਾਵਾਂਸ਼ ਨੂੰ ਅੱਗੇ ਅਸੀਂ ਵਰਗੀਕਰਨ ਕਰਤਾ, ਉਹਦਾ ਰੂਪ ਦੇ ਆਧਾਰ ਤੇ ਕੀਤਾ ਸੀ ਸੁਤੰਤਰ, ਬੰਧੇਜੀ, ਸਟੈਮ।
ਸੁਤੰਤਰ ਭਾਵੰਸ਼ ਕਿਹੜੇ ਹੁੰਦੇ ਆ, ਬੰਧੇਜੀ ਭਾਵੰਸ਼ ਕਿਹੜੇ ਹੁੰਦੇ ਆ, ਇਹਨਾਂ ਦਾ ਜ਼ਿਕਰ ਕੀਤਾ ਸੀ। ਫਿਰ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਹੈਗੇ ਭਾਵੰਸ਼ ਨੂੰ ਦੂਸਰੇ ਪਾਰਟ ਦੇ ਵਿੱਚ ਵੰਡਿਆ। ਵਧੇਤਰ, ਵਧੇਤਰ ਦੇ ਵਿੱਚ ਅੱਗੇ 3 ਪਾਰਟ ਬਣਦੇ ਆ, ਅਗੇਤਰ, ਮਧੇਤਰ, ਪਿਛੇਤਰ। ਜਿਹੜਾ ਸ਼ਬਦ ਦੇ ਅੱਗੇ ਆਵੇ ਉਹ ਅਗੇਤਰ ਹੁੰਦਾ ਹੈ, ਵਿਚਕਾਰ ਆਵੇ ਮਧੇਤਰ ਹੁੰਦਾ ਹੈ, ਪਿੱਛੇ ਆਵੇ ਉਹਨੂੰ ਪਿਛੇਤਰ ਕਿਹਾ ਜਾਂਦਾ ਹੈ। ਇੱਥੋਂ ਤੱਕ ਗੱਲ ਕੀਤੀ ਸੀਗੀ। ਫਿਰ ਆਪਾਂ ਵਧੇਤਰ ਦੇ ਰੂਪ ਦੇ ਆਧਾਰ ਤੇ ਜਿਹੜਾ ਇਹਦਾ ਸੀਗਾ ਵੰਡ ਆਪਣੀ ਭਾਵੰਸ਼ ਦੀ ਉਹ ਦੇਖੀ ਸੀ। ਵਧੇਤਰ, ਵਧੇਤਰ ਨੂੰ 2 ਪਾਰਟਾਂ 'ਚ ਵੰਡਿਆ ਸੀ ਅਸੀਂ। ਵਿਉਤਪਤ ਵਧੇਤਰ, ਦੂਸਰਾ ਸੀਗਾ ਰੂਪਾਂਤਰੀ ਵਧੇਤਰ। ਵਿਉਤਪਤ ਵਧੇਤਰ ਦੀਆਂ ਅੱਗੇ 2 ਪਾਰਟ ਬਣਦੇ ਸੀ, ਸ਼੍ਰੇਣੀ ਲੱਖਿਅਕ ਤੇ ਦੂਸਰਾ ਸੀਗਾ ਸ਼੍ਰੇਣੀ ਬਦਲੂ। ਸੋ ਵਿਦਿਆਰਥੀਓ ਕੁੱਲ ਮਿਲਾ ਕੇ ਸਾਰੇ ਇਹ ਪ੍ਰਸ਼ਨਾਂ ਦੇ ਆਨਸਰ ਇੱਥੇ ਹੀ ਬਣਦੇ ਆ ਸਾਰਿਆਂ ਦਾ। ਇੱਥੋਂ ਤੱਕ ਇਹਦਾ ਇਸ ਪ੍ਰਸ਼ਨ ਦਾ ਵਿਸਥਾਰ ਸੀਗਾ, ਇੱਥੋਂ ਤੱਕ ਇਹਦਾ ਆਨਸਰ ਸੀਗਾ। ਆਪਾਂ ਕੱਲ ਨੂੰ ਅਗਲੇ ਪਾਰਟ ਦੇ ਵਿੱਚ ਜਿਹੜੇ ਹੋਣਗੇ ਪ੍ਰਸ਼ਨ ਵਿਆਕਰਨਕ ਇਕਾਈਆਂ ਬਾਰੇ, ਭਾਵੰਸ਼ ਤੋਂ ਇਲਾਵਾ ਸ਼ਬਦ, ਸ਼ਬਦ ਤੋਂ ਇਲਾਵਾ ਵਾਕੰਸ਼, ਫਿਰ ਉਪਵਾਕ ਤੇ ਵਾਕ ਦੀ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਗੱਲ ਕਰਾਂਗੇ। ਅੱਜ ਦੀ ਜਿਹੜੀ ਲੈਕਚਰ ਲੜੀ ਆਪਾਂ ਸ਼ੁਰੂ ਕੀਤੀ ਹੈਗੀ ਅੱਜ ਭਾਸ਼ਾ ਦੇ ਬਾਰੇ, ਉਹਦੀ ਪਹਿਲੀ ਆਪਾਂ ਪ੍ਰਸ਼ਨ ਦਾ ਉੱਤਰ ਦਿੱਤਾ ਹੈਗਾ ਜਾਂ ਪਹਿਲਾ ਆਪਾਂ ਲੈਕਚਰ ਦਿੱਤਾ ਹੈਗਾ। ਦੂਸਰੇ ਲੈਕਚਰ ਇਸੇ ਤਰ੍ਹਾਂ ਹੀ ਆਪਾਂ ਦੇਵਾਂਗੇ। ਜੇਕਰ ਸਾਰੇ ਪਾਰਟ ਨੂੰ ਇੱਕੋ ਲੈਕਚਰ 'ਚ ਕਰਦੇ ਹਾਂ ਤਾਂ ਸ਼ਾਇਦ ਕਿਤੇ ਨਾ ਕਿਤੇ ਤੁਹਾਨੂੰ ਉਹ ਸਮਝਣ ਦੇ ਵਿੱਚ ਸਮੱਸਿਆ ਆਊਗੀ। ਅੱਜ ਆਪਾਂ ਸਿਰਫ ਭਾਵੰਸ਼ ਦੀ ਗੱਲ ਕੀਤੀ ਹੈ ਤੇ ਵਿਆਕਰਨਕ ਇਕਾਈਆਂ ਦੀ ਗੱਲ ਕੀਤੀ ਹੈ। ਅਗਲੇ ਲੈਕਚਰਾਂ ਦੇ ਵਿੱਚ ਆਪਾਂ ਅਗਲੀਆਂ ਇਕਾਈਆਂ ਦੀ ਗੱਲ ਕਰਾਂਗੇ।